सत श्री अकाल जी। तुसीं अजीत वैब टीवी देख रहे हो। दोस्तों मैं हाँ स्वर्ण सिंह टैणा ते हर रोज़ की तरह ही अजीत खबरों का विशेष बुलेटिन लैके हाज़र हाँ। सब तो पहला सुर्खियां ते झात। मनोहर लाल खट्टर का दोष कैप्टन भड़का रहे ने किसानों नूं। करनाल लाठीचार्ज ते किसानों की महापंचायत दे विच होए वड्डे फैसले। नवजोत सिंह सिद्धू ने फिर कीते ट्वीट। करनाल दे SDM ते मोदी सरकार नूं बीबी बादल वालों तिखे सवाल। ਤੇ ਕੈਪਟਨ ਅਮਰਿੰਦਰ ਸਿੰਘ ਨੇ ਖੱਟੜ ਨੂੰ ਉੱਤਰ ਦਿੱਤਾ, ਤੁਸੀਂ ਕਾਨੂੰਨ ਰੱਦ ਕਰੋ, ਤੁਹਾਨੂੰ ਵੀ ਖਵਾ ਦਿਆਂਗੇ ਲੱਡੂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕਰਨਾਲ ਦੇ ਇੱਕ ਟੋਲ ਪਲਾਜ਼ਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਸ਼ਨੀਵਾਰ ਨੂੰ ਪੁਲਿਸ ਦੇ ਵੱਲੋਂ ਵਹਿਸ਼ੀਆਨਾ ਲਾਠੀਚਾਰਜ ਕੀਤਾ ਗਿਆ, ਉਸ ਦੀ ਚੌਂ ਪਾਸਿਓਂ ਦੁਨੀਆ ਭਰ ਦੇ ਵਿੱਚੋਂ ਨਿਖੇਧੀ ਹੋ ਰਹੀ ਹੈ। ਮਨੋਹਰ ਲਾਲ ਖੱਟੜ ਦੀ ਇਹ ਸਰਕਾਰ ਇਸ ਵਕਤ ਇਸ ਕਰਕੇ ਵੀ ਘਿਰੀ ਹੋਈ ਹੈ ਕਿਉਂਕਿ SDM ਆਯੂਸ਼ ਸਿਨਹਾ ਦੇ ਵੱਲੋਂ ਜੋ ਪੁਲਿਸ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਕਿਸਾਨਾਂ ਦੇ ਸਿਰ ਪਾੜ ਦਿਓ, ਇਸ ਗੱਲ ਦੇ ਉੱਤੇ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਦੀ ਆਵਾਜ਼ ਉੱਠ ਰਹੀ ਹੈ। ਅੱਜ ਇਸੇ ਸੰਦਰਭ ਦੇ ਵਿੱਚ ਕਰਨਾਲ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਮਹਾਪੰਚਾਇਤ ਕੀਤੀ ਗਈ। ਇਸ ਮਹਾਪੰਚਾਇਤ ਦੇ ਵਿੱਚ 4 ਵੱਡੇ ਫੈਸਲੇ ਹੋਏ ਨੇ। ਇਹ ਗੱਲ ਕਹੀ ਗਈ ਕਿ ਜੇਕਰ ਹਰਿਆਣੇ ਦੀ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਤਾਂ 6 ਸਤੰਬਰ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਹਰਿਆਣੇ ਦੇ ਵਿੱਚ ਤੇ ਆਲੇ ਦੁਆਲੇ ਦੇ ਹੋਰ ਖੇਤਰਾਂ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣਗੇ। ਇਹਨਾਂ 4 ਮੰਗਾਂ ਦੇ ਵਿੱਚੋਂ ਪਹਿਲੀ ਮੰਗ ਆਯੂਸ਼ ਸਿਨਹਾ ਜੋ ਕਿ ਆਦੇਸ਼ ਦੇਣ ਵਾਲੇ SDM ਨੇ, ਉਹਨਾਂ ਨੂੰ ਨੌਕਰੀ ਤੋਂ ਪੱਕੇ ਤੌਰ ਦੇ ਉੱਤੇ ਬਰਖਾਸਤ ਕੀਤਾ ਜਾਵੇ। ਇਸ ਤੋਂ ਇਲਾਵਾ ਕਰਨਾਲ ਦੇ ਸਮੁੱਚੇ ਪ੍ਰਸ਼ਾਸਨ ਨੂੰ ਤਬਦੀਲ ਕਰ ਦਿੱਤਾ ਜਾਵੇ। ਮਨੋਹਰ ਲਾਲ ਖੱਟੜ ਖੁਦ ਕਿਸਾਨਾਂ ਕੋਲੋਂ ਮੁਆਫੀ ਮੰਗਣ। ਤੇ ਚੌਥੀ ਤੇ ਮਹੱਤਵਪੂਰਨ ਮੰਗ ਇਹ ਕੀਤੀ ਗਈ ਹੈ ਕਿ ਇਸ ਲਾਠੀ ਚਾਰਜ ਦੇ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਨਕਦ, ਟੱਬਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਦੇ ਸਿਰ ਦੇ ਉੱਤੇ ਜਿੰਨਾ ਵੀ ਕਰਜ਼ਾ ਸਰਕਾਰੀ ਜਾਂ ਗੈਰ ਸਰਕਾਰੀ ਬੈਂਕਾਂ ਦਾ ਹੈ ਉਸ ਦੇ ਉੱਤੇ ਲੀਕ ਫੇਰ ਦਿੱਤੀ ਜਾਵੇ। ਕਰਨਾਲ ਦੇ ਵਿੱਚ ਪਿਛਲੇ ਦਿਨੀ ਹੋਏ ਲਾਠੀਚਾਰਜ ਦੇ ਮਾਮਲੇ ਦੇ ਉੱਤੇ ਮਨੋਹਰ ਲਾਲ ਖੱਟੜ ਦੇ ਵੱਲੋਂ ਇੱਕ ਪਾਸੇ ਜਿੱਥੇ ਸੰਬੰਧਿਤ SDM ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਤਿੱਖੇ ਸ਼ਬਦਕ ਵਾਰ ਕੀਤੇ ਜਾ ਰਹੇ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਜ ਮਨੋਹਰ ਲਾਲ ਖੱਟੜ ਹੋਰਾਂ ਨੇ ਕਿਹਾ ਕਿ SDM ਦੀ ਭੂਮਿਕਾ ਦੀ ਪੜਤਾਲ ਕੀਤੀ ਜਾਵੇਗੀ। ਹਾਲਾਂਕਿ ਪੜਤਾਲ ਦੀ ਇਸ ਮਾਮਲੇ ਵਿੱਚ ਜ਼ਰੂਰਤ ਇਸ ਕਰਕੇ ਨਹੀਂ ਬਣਦੀ ਕਿਉਂਕਿ SDM ਦੇ ਵੱਲੋਂ ਜੋ ਕੁਝ ਬੋਲਿਆ ਗਿਆ ਤੇ ਜੋ ਕੁਝ ਕਿਹਾ ਗਿਆ ਉਹ ਵੀਡੀਓ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਹੈ। ਪਰ ਇੱਕ ਪਾਸੇ ਜਦੋਂ ਦੁਸ਼ਯੰਤ ਚੌਟਾਲਾ ਇਹ ਗੱਲ ਕਹਿ ਰਹੇ ਨੇ ਕਿ SDM ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਦੂਜੇ ਪਾਸੇ ਮਨੋਹਰ ਲਾਲ ਖੱਟੜ ਕਾਰਵਾਈ ਤੋਂ ਪੱਲਾ ਝਾੜਦੇ ਹੋਏ ਨਜ਼ਰ ਆ ਰਹੇ ਨੇ। ਦੂਜੇ ਪਾਸੇ ਅੱਜ ਮਨੋਹਰ ਲਾਲ ਖੱਟੜ ਹੋਰਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਵਕਤ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਭੜਕਾਉਣ ਵਾਲੀ ਗੱਲ ਨਾ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨੂੰ ਬਲਵੀਰ ਸਿੰਘ ਰਾਜੇਵਾਲ ਨੇ ਲੱਡੂ ਨਹੀਂ ਸੀ ਲਾਉਣਾ, ਯਾਨੀ ਕਿ ਉਹਨਾਂ ਦਾ ਮੂੰਹ ਮਿੱਠਾ ਨਹੀਂ ਸੀ ਕਰਵਾਉਣਾ। ਇੱਥੇ ਵੀ ਦੱਸਣਾ ਬਣਦਾ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ 5 ਦਿਨ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਸੜਕਾਂ ਜਾਮ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ 360 ਰੁਪਏ ਕੁਇੰਟਲ ਗੰਨੇ ਦਾ ਭਾਅ ਕਰਨ ਦੀ ਪੰਜਾਬ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਸੀ। ਇਸੇ ਗੱਲ ਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਕਿਸਾਨ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ ਸੀ, ਜਿਸ ਉੱਤੇ ਮਨੋਹਰ ਲਾਲ ਖੱਟੜ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ। अब ऐसी जब चेंजेस की जाती हैं, चेंजेस करते समय हमारा दुर्भाग्य ये है कि जो विपक्ष के लोग होते हैं वो हर समय कोई ना कोई क्वेश्चन मार्क हर चीज़ों में लगाते हैं। और क्वेश्चन मार्क ऐसा क्योंकि मुद्दे तो उनको मिलते नहीं है, सब चीज़ें सॉल्व हो रही हैं, आगे बढ़ रही हैं धीरे धीरे। उनको लगता है जनता को बहकाना है तो कैसे बनाया जाए, तो भ्रम फैलाना और भ्रम के साथ साथ भय फैलाना, डराना कि ये होगा तो ऐसे हो जाएगा, ये होगा तो ऐसे हो जाएगा। अभी ये जो 3 कृषि कानून लागू हुए, अभी जो सारा आंदोलन चल रहा है, मुझे पता है कि इसका भी कोई ना कोई प्रश्न आप लोग बाद में जरूर पूछेंगे, लेकिन भ्रम क्या है कि आपकी ज़मीनें बिक जाएंगी, MSP खत्म हो जाएगी, ये मंडियां खत्म हो जाएंगी। अभी 2 साल हो गए हैं हमें भी अब उन कानूनों के बढ़ने के बाद। साल भर से तो शोर शराबा भी खूब हो रहा है, कोई मंडी खत्म हुई है क्या? बल्कि कुछ मंडियां जो बंद पड़ी थी वो हमने चालू की, नई मंडियां भी खोली हैं। अभी 3 दिन पहले ही हमने सिरसा के अंदर एक 50 एकड़ के लगभग ज़मीन खरीद करके उस मंडी का एक्सटेंशन किया है। मंडियां बंद ही करनी होती तो हम ये क्यों आगे बढ़ाते? हमारा मार्केटिंग बोर्ड है, उसको वाइंड अप करते। हम आगे बढ़ रहे हैं। MSP केंद्र सरकार केवल 2 फसलें गेहूं और धान यही खरीदते हैं, हम 10 फसलें खरीदते हैं। और ये हरियाणा ही है सरकार के 10 फसलें किसानों की खरीदी जा रही है, प्रोक्योरमेंट की जा रही है MSP पर। कोई स्टेट पास की नहीं ले रही है, ना पंजाब है। पंजाब के लोग यहाँ बैठे हैं, बता दीजिए इन 2 फसलों के अलावा कितना प्रोक्योर करते हैं। ਮਨੋਹਰ ਲਾਲ ਖੱਟੜ ਦੇ ਵੱਲੋਂ ਲੱਡੂ ਦੇ ਨਾਲ ਮੂੰਹ ਮਿੱਠਾ ਕਰਵਾਉਣ ਦੀ ਗੱਲ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਲਟਵਾਰ ਕੀਤਾ ਗਿਆ।
ਉਹਨਾਂ ਨੇ ਕਿਹਾ ਕਿ ਤੁਹਾਡੇ ਸੂਬੇ ਦੇ ਵਿੱਚ ਕਿਸਾਨਾਂ ਦੀ ਜਿਸ ਤਰੀਕੇ ਨਾਲ ਦੁਰਗਤੀ ਕੀਤੀ ਜਾ ਰਹੀ ਹੈ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਉੱਤੇ ਪਸ਼ੂਆਂ ਤੋਂ ਵੀ ਭੈੜੇ ਤਰੀਕੇ ਦੇ ਨਾਲ ਵਿਹਾਰ ਕੀਤਾ ਜਾ ਰਿਹਾ, ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਚੌਂ ਪਾਸੇ ਨਿਖੇਧੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਮਨੋਹਰ ਲਾਲ ਖੱਟੜ ਨੂੰ ਜੇਕਰ ਇਹ ਲੱਗਦਾ ਕਿ ਮੇਰੇ ਮੂੰਹ ਨੂੰ ਲੱਡੂ ਕਿਉਂ ਲੱਗਾ, ਤਾਂ ਮੇਰੀ ਬੇਨਤੀ ਹੈ ਕਿ ਉਹ ਕਿਸਾਨ ਮਸਲਿਆਂ ਨੂੰ ਸਮਝਣ ਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਦੇਣ। ਮੈਂ ਖੁਦ ਉਹਨਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਲਈ ਜਾਵਾਂਗਾ। ਉਹਨਾਂ ਨੇ ਕਿਹਾ ਕਿ ਕਿਸਾਨ ਮਨੋਹਰ ਲਾਲ ਖੱਟੜ ਦੇ ਮੂੰਹ ਨੂੰ ਵੀ ਲੱਡੂ ਲਗਾ ਦੇਣਗੇ ਜੇਕਰ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ ਤਾਂ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਅੱਜ ਇਹ ਗੱਲ ਕਹੀ ਗਈ ਹੈ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਨਵੀਆਂ ਪ੍ਰਸਥਿਤੀਆਂ ਪੈਦਾ ਹੋਈਆਂ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਨਵੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਦੇਸ਼ ਦੀ ਸਰਕਾਰ ਤੇ ਦੇਸ਼ ਦੀ ਰੱਖਿਆ ਢਾਂਚੇ ਦੀ ਜ਼ਿੰਮੇਵਾਰੀ ਇਸ ਗੱਲ ਦਾ ਅਹਿਸਾਸ ਕਬੂਲਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਗਲਤੀ ਨਹੀਂ ਹੋਣ ਦਿੱਤੀ ਜਾਵੇਗੀ। ਰਾਜਨਾਥ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਵੱਲੋਂ ਜੇਕਰ ਭਾਰਤ ਦੇ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਉਣ ਦੀ ਕੋਸ਼ਿਸ਼ ਬਾਰੇ ਕੁਝ ਸੋਚਿਆ ਵੀ ਗਿਆ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਦੋਂ ਹੁਣ ਤਾਲਿਬਾਨ ਦੇ ਵੱਲੋਂ ਵਹਿਸ਼ਿਆਨਾ ਤਰੀਕੇ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ ਤੇ ਸ਼ਾਇਦ ਨਵੀਆਂ ਯੋਜਨਾਵਾਂ ਵੀ ਉਲੀਕੀਆਂ ਜਾ ਰਹੀਆਂ ਹੋਣਗੀਆਂ, ਤਾਂ ਭਾਰਤ ਦੀਆਂ ਸੈਨਾਵਾਂ ਦੀ ਤੇ ਭਾਰਤ ਦੀ ਸਰਕਾਰ ਦੀ ਰੱਖਿਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਟਵੀਟਾਂ ਦਾ ਦੌਰ ਫਿਰ ਸ਼ੁਰੂ ਕਰ ਦਿੱਤਾ ਗਿਆ। ਦਰਅਸਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਤੇ ਕਈ ਟਵੀਟ ਕੀਤੇ ਗਏ ਨੇ। ਇਹਨਾਂ ਟਵੀਟਾਂ ਦੇ ਜ਼ਰੀਏ ਉਹਨਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ। ਬਿਜਲੀ ਸਮਝੌਤਿਆਂ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਵੱਲੋਂ ਕੈਪਟਨ ਸਰਕਾਰ ਤੇ ਸਵਾਲ ਖੜੇ ਕੀਤੇ ਗਏ। ਉਹਨਾਂ ਨੇ ਕਿਹਾ ਕਿ ਜੇਕਰ ਇਹ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਕੀਤੇ ਗਏ ਸਮਝੌਤੇ ਰੱਦ ਕਰਨੇ ਹੋਣ ਤਾਂ ਹੀ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਜੋ ਕਿ 3 ਸਤੰਬਰ ਨੂੰ ਇੱਕ ਦਿਨ ਵਾਸਤੇ ਸੱਦਿਆ ਜਾ ਰਿਹਾ, ਇਹਨੂੰ ਘੱਟੋ ਘੱਟ 5 ਤੋਂ ਲੈ ਕੇ 7 ਦਿਨ ਦਾ ਕਰਨਾ ਚਾਹੀਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ ਦੇ ਉੱਤੇ ਇੱਕ ਨਵਾਂ ਕਾਨੂੰਨ ਲੈ ਕੇ ਆਉਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਵਿੱਚ ਇਹ ਬਿਜਲੀ ਪਲਾਂਟਾਂ ਦੇ ਨਾਲ ਕੀਤੇ ਗਏ ਸਮਝੌਤੇ ਰੱਦ ਨਹੀਂ ਹੋਣਗੇ, ਉਨੀ ਦੇਰ ਤੱਕ ਪੰਜਾਬ ਦੇ ਕਿਸਾਨਾਂ ਨੂੰ ਸਸਤੇ ਭਾਅ ਦੇ ਉੱਤੇ ਬਿਜਲੀ ਨਹੀਂ ਮਿਲ ਸਕੇਗੀ। ਪਿਆਰੇ ਪੰਜਾਬੀਓ, ਰੁੱਤਾਂ ਅਕਸਰ ਬਦਲਦੀਆਂ ਰਹਿੰਦੀਆਂ ਨੇ, ਪਰ ਅੱਜ ਕੱਲ ਜਿਹੜੀ ਪੰਜਾਬ 'ਚ ਰੁੱਤ ਚੱਲ ਰਹੀ ਹੈ ਨਾ, ਉਹ ਮੁੱਦਿਆਂ ਤੋਂ ਭਟਕਾਉਣ ਦੀ ਰੁੱਤ ਚੱਲ ਰਹੀ ਹੈ, ਡਿਫਲੈਕਟ ਕਰਨ ਦੀ ਰੁੱਤ ਚੱਲ ਰਹੀ ਹੈ। ਔਰ ਮੇਰੀ ਇੱਕੋ ਇੱਕ ਮਨਸ਼ਾ ਹੈ ਕਿ ਪੰਜਾਬੀਆਂ ਨੂੰ ਵਾਪਸ ਮੁੱਦੇ ਦੇ ਉੱਤੇ ਲਿਆ ਕੇ ਖੜਾਵਾਂ, ਕਿਉਂਕਿ ਪੰਜਾਬ ਦੇ ਕਲਿਆਣ ਦੇ ਵਿੱਚ ਮੇਰਾ ਕਲਿਆਣ ਔਰ ਸਭ ਦਾ ਕਲਿਆਣ ਨਿਹਿਤ ਹੈ। ਪਿਛਲੇ 1 ਮਹੀਨਿਆਂ ਤੋਂ ਮੇਰਾ ਸੰਪਰਕ ਪੰਜਾਬ ਦੇ ਵਿਧਾਇਕਾਂ ਦੇ ਨਾਲ, ਬਹੁਤ ਸਾਰੇ ਹਜ਼ਾਰਾਂ ਲੱਖਾਂ ਵਰਕਰਾਂ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਗਲੀਆਂ 'ਚ, ਮੁਹੱਲਿਆਂ 'ਚ, ਨੁੱਕੜ ਮੀਟਿੰਗਾਂ ਦੇ ਵਿੱਚ ਹੋਇਆ, ਰਾਬਤਾ ਹੋਇਆ। ਉਹ ਸੰਪਰਕ ਸਾਧ ਕੇ ਇੱਕ ਗੱਲ ਦਾ ਮੈਨੂੰ ਅਹਿਸਾਸ ਹੋਇਆ ਕਿ ਚਾਹੇ ਹਾਈ ਕਮਾਂਡ ਦਾ 18 ਪੁਆਇੰਟ ਏਜੰਡਾ ਹੋਵੇ, ਚਾਹੇ ਸਾਡਾ ਟੌਪ ਪ੍ਰਾਇੋਰਟੀ ਪਹਿਲ ਦੇ ਆਧਾਰ ਤੇ ਜਿਹੜਾ ਅਸੀਂ ਮੁੱਦਾ ਨਿਰਧਾਰਿਤ ਕੀਤਾ ਸੀਗਾ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਵੀ 5 ਮੁੱਦਿਆਂ ਵਾਲਾ, ਜਿਹੜੀ ਚੀਫ ਮਿਨਿਸਟਰ ਪੰਜਾਬ ਦੇ ਨਾਲ ਹੋਈ ਸੀ, ਚਾਹੇ ਉਹ ਕੋਆਰਡੀਨੇਸ਼ਨ ਕਮੇਟੀ ਦਾ ਮੁੱਦਾ ਹੋਵੇ, ਉਹ ਬਿਜਲੀ ਦਾ ਮੁੱਦਾ ਹੈ, ਫਾਲਟੀ ਪੀਪੀਏਸ ਦਾ ਮੁੱਦਾ ਹੈ, ਔਰ ਅੱਜ ਲੋਕ ਆਵਾਜ਼ ਹੈ, ਧਰਤੀ ਪਾੜ ਕੇ ਆਉਂਦੀ ਹੈ ਕਿ ਇਹ ਮੁੱਦਾ ਲੋਕ ਹਿੱਤ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸੋਲਵ ਕੀਤਾ ਜਾਵੇ। ਇਸ ਸਮੱਸਿਆ ਦਾ ਪਹਿਲਾ ਸਿੱਧਾ ਤੇ ਸਿੰਪਲ ਹੱਲ ਹੈ ਕਿ ਪੰਜਾਬ ਸਰਕਾਰ ਲੋਕ ਹਿੱਤ ਦੇ ਵਿੱਚ, ਪਬਲਿਕ ਇੰਟਰਸਟ ਦੇ ਵਿੱਚ ਇੱਕ ਬਿਜਲੀ ਕਾਨੂੰਨ 2003 ਦੇ ਅਧੀਨ ਨਿਰਦੇਸ਼ ਜਾਰੀ ਕਰੇ, ਜਿਹੜਾ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਹੈ ਬਿਜਲੀ ਦਾ, ਕਿ ਭਾਈ ਤੁਸੀਂ ਆਪਣਾ ਇੱਕ ਟੈਰਿਫ ਆਰਡਰ ਇਸ਼ੂ ਕਰੋ ਜਿਹਦੇ ਅਧੀਨ ਫੇਅਰ ਔਰ ਜਸਟ ਪ੍ਰਾਈਸਿਸ ਦੇ ਉੱਤੇ ਬਿਜਲੀ ਖਰੀਦੀ ਜਾਵੇ, ਔਰ ਜਿਹੜੇ ਇਹ ਐਗਜ਼ੋਰਬਿਟੈਂਟ ਪ੍ਰਾਈਸਿਸ ਦੇ ਉੱਤੇ ਪੀਪੀਏ ਸਾਈਨ ਕੀਤੇ ਉਹ ਨਲ ਐਂਡ ਵੋਇਡ ਕਰਾਰ ਦਿੱਤੇ ਜਾਣ। ਇਹਦਾ ਸਿੱਧਾ ਸਿੱਧਾ ਫਾਇਦਾ ਕੀ ਹੈ ਪਿਆਰੇ ਪੰਜਾਬੀਓ, ਕਿ 50,000 ਕਰੋੜ ਦਾ ਫਾਇਦਾ ਸਿੱਧਾ ਇਸ ਸਟੇਟ ਨੂੰ ਆਊਗਾ। ਉਹ ਚੋਰ ਮੋਰੀ ਇਮੀਡੀਏਟਲੀ ਰੁਕ ਜਾਊਗੀ ਔਰ ਪੰਜਾਬ ਦੇ ਹਰੇਕ ਬਸ਼ਿੰਦੇ ਨੂੰ 1.5 ਤੋਂ 2 ਰੁਪਏ ਪਰ ਯੂਨਿਟ ਘੱਟ ਪੈਸੇ ਦੇਣੇ ਪੈਣਗੇ ਔਰ ਹਰ ਪਾਸੇ ਪੌਵਰ ਹੋਊ। ਪੰਜਾਬ ਸਰਕਾਰ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ
ਪ੍ਰਕਾਸ਼ ਦਿਹਾੜਾ ਉਹਦੇ ਸਮਰਪਿਤ ਜਿਹੜਾ ਇਹ ਸੈਸ਼ਨ ਬੁਲਾਇਆ ਗਿਆ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਚਾਨਣ ਮਨਾਰੇ ਨੇ ਸਾਡੀਆਂ ਜ਼ਿੰਦਗੀਆਂ ਨੂੰ ਸੇਧ ਦੇਣ ਵਾਲਾ ਚਾਨਣ ਮਨਾਰਾ ਹੈ, ਲੇਕਿਨ ਉਹਨਾਂ ਦੀ ਵਿਚਾਰਧਾਰਾ ਮਾਨਵਤਾ ਨੂੰ ਸੇਧ ਦੇਣ ਦੇ ਨਾਲ ਸਰਬੱਤ ਦਾ ਭਲਾ ਵੀ ਚਾਹੁੰਦੀ ਹੈ। ਔਰ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਕਿੰਨੇ ਹੀ ਮਸਲੇ ਨੇ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਕਰਨ ਦੇ ਨਾਲ ਜੁੜੇ ਹੋਏ, ਉਹ ਹੱਲ ਨਹੀਂ ਹੋਣੇ। ਮੈਂ ਮੰਗ ਕਰਦਾ ਕਿ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ 5-7 ਦਿਨਾਂ ਦਾ ਸੈਸ਼ਨ ਹੋਵੇ, ਜਿੱਥੇ ਹੋਰ ਅਹਿਮ ਮਸਲਿਆਂ ਦੇ ਨਾਲ ਇਹ ਤਰਜੀਹ ਦਿੱਤੀ ਜਾਵੇ ਕਿ ਜਿਸ ਤਰ੍ਹਾਂ ਅਸੀਂ SVL ਦੇ ਖਿਲਾਫ ਡਟ ਕੇ ਇੱਕ ਕਾਨੂੰਨ ਲਿਆਂਦਾ ਸੀਗਾ ਟਰਮੀਨੇਸ਼ਨ ਦਾ, ਔਰ ਪੰਜਾਬ ਦਾ ਬੂੰਦ ਪਾਣੀ ਦੇਣ ਤੋਂ ਅਨਜਸਟੀਫਾਈਡ ਇਨਕਾਰ ਕਰਤਾ ਸੀ, ਉਸੇ ਤਰ੍ਹਾਂ ਇੱਕ ਟਰਮੀਨੇਸ਼ਨ ਦਾ ਕਾਨੂੰਨ ਲਿਆਂਦਾ ਜਾਵੇ, ਪੰਜਾਬ ਟਰਮੀਨੇਸ਼ਨ ਆਫ PPAs ਐਕਟ, ਜਿਹਦੇ ਨਾਲ ਇਹ ਫਾਲਟੀ PPAs ਸਿਰੇ ਤੋਂ ਰੱਦ ਕੀਤੇ ਜਾਣ ਔਰ ਪੰਜਾਬ ਦੇ ਲੋਕਾਂ ਨੂੰ ਜਸਟ ਔਰ ਫੇਅਰ ਪ੍ਰਾਈਸਿਸ ਦੇ ਉੱਤੇ ਬਿਜਲੀ ਮਿਲੇ, ਔਰ ਇਹ ਤੈਅ ਹੋਵੇ ਕਿ ਜਿਹੜੀ PSPCL ਹੈ ਉਹ ਐਗਜ਼ੋਰਬਿਟੈਂਟ ਪ੍ਰਾਈਸਿਸ ਦੇ ਉੱਤੇ ਬਿਜਲੀ ਨਾ ਖਰੀਦੇ ਔਰ ਲੋਕ ਹਿੱਤ ਦੇ ਵਿੱਚ ਪੰਜਾਬ ਦੇ ਹਰ ਬਾਸ਼ਿੰਦੇ ਨੂੰ ਸਸਤੀ ਬਿਜਲੀ ਮੁਹੱਈਆ ਕਰਾਈ ਜਾ ਸਕੇ। ਪੰਜਾਬ ਪਹਿਲਾਂ ਹੀ ਹਿੰਦੁਸਤਾਨ ਦੇ ਵਿੱਚ ਬਿਜਲੀ ਸਬਸਿਡੀ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਹੈ। 10,000 ਕਰੋੜ ਤੋਂ ਉੱਤੇ ਦੀ ਸਬਸਿਡੀ ਦਿੱਤੀ ਜਾਂਦੀ ਹੈ। ਕਿਸਾਨੀ ਨੂੰ ਬਿਜਲੀ ਫ੍ਰੀ ਹੈ। SC BC BPL ਤੇ ਫਰੀडम ਫਾਈਟਰਸ ਨੂੰ 200 ਯੂਨਿਟ ਤੱਕ ਫ੍ਰੀ ਹੈ। ਦਿੱਲੀ ਵਾਂਗ ਨਹੀਂ ਕਿ 200 ਯੂਨਿਟ ਤੱਕ ਫ੍ਰੀ ਹੈ ਔਰ 200 ਤੋਂ 400 50% ਔਰ 400 ਤੋਂ ਉੱਤੇ ਪੂਰੇ ਦਾ ਪੂਰਾ ਬਿੱਲ ਆਉਂਦਾ ਹੈ। ਔਰ ਇੰਡਸਟਰੀ ਔਰ ਕਮਰਸ਼ੀਅਲ ਨੂੰ ਕਿਤੇ ਜ਼ਿਆਦਾ ਟੈਰਿਫ ਹੈ ਦਿੱਲੀ ਦੇ ਵਿੱਚ। ਇੰਨਾ ਹੀ ਨਹੀਂ, ਪੰਜਾਬ ਆਪਣੀ ਪ੍ਰੋਡਕਸ਼ਨ ਕਰਦਾ ਹੈ, ਇਹ ਪ੍ਰਾਈਵੇਟ ਕੰਪਨੀਆਂ ਤੋਂ ਪ੍ਰੋਡਕਸ਼ਨ ਕਰਾਉਂਦਾ, ਲੱਖਾਂ ਨੂੰ ਰੋਜ਼ਗਾਰ ਦਿੰਦਾ ਹੈ। ਜਿਹੜਾ ਪੰਜਾਬ ਦੇ ਸਰਕਾਰੀ ਅਦਾਰੇ ਬਿਜਲੀ ਪ੍ਰੋਡਿਊਸ ਕਰਦੇ ਹੈ ਔਰ ਟਰਾਂਸਮਿਸ਼ਨ ਦੀ ਵੀ ਗੱਲ ਕਰੀਏ ਆਪਾਂ, ਲੱਖਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ। ਸੋ ਮੇਰੇ ਹਿਸਾਬ ਦੇ ਨਾਲ ਅੱਜ ਪੰਜਾਬ ਇੱਕ ਲੀਡਿੰਗ ਲਾਈਟ ਹੈ ਬਿਜਲੀ ਦੀ ਸਬਸਿਡੀ ਦੇ ਮਾਮਲੇ ਦੇ ਵਿੱਚ। ਹੁਣ ਖੁਦ ਮੁਖਤਿਆਰੀ ਦੀ ਗੱਲ ਕਰੋ, ਪੰਜਾਬ 25% ਬਿਜਲੀ ਆਪ ਪ੍ਰੋਡਿਊਸ ਕਰਦਾ ਹੈ, ਦਿੱਲੀ 0। ਪੰਜਾਬ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਸਾਰੀ ਸਰਕਾਰੀ ਅਦਾਰਿਆਂ ਤੋਂ ਕਰਦਾ ਹੈ ਔਰ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਔਰ ਦਿੱਲੀ ਇਹ ਸਾਰਾ ਕੁਝ ਸਰਕਾਰੀ ਅਦਾਰਿਆਂ ਤੋਂ ਨਹੀਂ ਕਰਾਉਂਦੀ, ਪ੍ਰਾਈਵੇਟ ਕੰਪਨੀਆਂ ਤੋਂ ਕਰਾਉਂਦੀ। PPA ਰੱਦ ਹੋਣ ਦੇ ਪਰਿਣਾਮ ਸਰੂਪ ਜਿਹੜੀ ਅਸੀਂ 200 ਯੂਨਿਟ ਫ੍ਰੀ ਬਿਜਲੀ ਦਿੰਦੇ ਆ SC BC BPL ਤੇ ਫਰੀडम ਫਾਈਟਰਸ ਨੂੰ, ਉਹਦੇ ਨਾਲ ਨਾਲ ਅਸੀਂ ਸਭ ਵਰਗਾਂ ਦੇ ਸਮੇਤ ਜਿਹੜੇ 300 ਯੂਨਿਟ ਫ੍ਰੀ ਜਨਰਲ ਕੈਟਾਗਰੀ ਨੂੰ ਦੇਣ ਦੇ ਫ੍ਰੀ ਬਿਜਲੀ ਸਮਰੱਥ ਹੋਵਾਂਗੇ। ਔਰ ਜਿਹੜਾ ਸਾਡਾ ਸੁਪਨਾ ਹੈ ਕਿ 3 ਰੁਪਏ ਡੋਮੈਸਟਿਕ ਯੂਜ਼ਰ ਨੂੰ ਔਰ 5 ਰੁਪਏ ਇੰਡਸਟਰੀਅਲ ਯੂਜ਼ਰ ਨੂੰ, ਉਹ ਸੁਪਨਾ ਸਾਕਾਰ। ਕਰਨਾਲ ਦੇ SDM ਆਯੂਸ਼ ਸਿਨਹਾ ਦੇ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਦੇ ਦਿੱਤੇ ਗਏ ਆਦੇਸ਼ ਦੇ ਉੱਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਬੀਬੀ ਹਰਸਿਮਰਤ ਕੌਰ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਅਕਾਲੀ ਦਲ ਦੇ ਨੇਤਾ ਨੇ, ਉਹਨਾਂ ਦੇ ਵੱਲੋਂ ਵੀ ਅੱਜ ਇਸ ਮਾਮਲੇ ਦੇ ਉੱਤੇ ਸਖਤ ਨਿਖੇਧੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ SDM ਦੇ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਦੀ ਗੱਲ ਕਹਿਣਾ, ਇਹਦਾ ਅਰਥ ਇੱਕੋ ਹੀ ਹੈ ਕਿ ਸਰਕਾਰ ਦੇ ਵੱਲੋਂ SDM ਨੂੰ ਪਹਿਲਾਂ ਹੀ ਨਿਰਦੇਸ਼ ਦਿੱਤਾ ਗਿਆ ਸੀ ਕਿ ਕਿਸਾਨਾਂ ਦੇ ਉੱਤੇ ਅਤਿਆਚਾਰ ਕਰਨਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਤੰਤਰਕ ਦੇਸ਼ਾਂ ਦੇ ਵਿੱਚ ਇਸ ਤਰੀਕੇ ਦਾ ਅਸਭਿਅਕ ਵਿਹਾਰ ਤੇ ਇਸ ਤਰੀਕੇ ਦੀਆਂ ਦਮਨਕਾਰੀ ਨੀਤੀਆਂ ਨਹੀਂ ਚੱਲਦੀਆਂ। ਉਹਨਾਂ ਨੇ ਕਿਹਾ ਕਿ ਹਰਿਆਣੇ ਦੀ ਸਰਕਾਰ ਦੇ ਵੱਲੋਂ ਜੋ ਅਣਮਨੁੱਖੀ ਵਰਤਾਰਾ ਕੀਤਾ ਗਿਆ ਉਹ ਬਰਦਾਸ਼ਤ ਦੇ ਕਾਬਿਲ ਨਹੀਂ ਹੈ। ਜਿਹੜੇ ਕਰਨਾਲ ਦੇ SDM ਦੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਸਿੱਧੇ ਕਿਸਾਨਾਂ ਦੇ ਸਰ ਫੋੜਨ ਦੇ ਆਦੇਸ਼ ਦਿੱਤੇ ਜਾ ਰਹੇ ਨੇ ਉਹਦੇ ਵੱਲੋਂ ਕਿ ਲਾਠੀਆਂ ਮਾਰ-ਮਾਰ ਕੇ ਸੜ ਫੋੜਿਆ ਜਾਏ, ਇੱਕ ਵੀ ਨਾ ਅੱਗੇ ਵੱਧ ਸਕੇ। ਮੈਂ ਪੁੱਛਣਾ ਚਾਹੁੰਦੀ ਹਾਂ ਮੋਦੀ ਸਰਕਾਰ ਨੂੰ, ਇਹ ਆਦੇਸ਼ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲੇ ਦਿੱਤਾ ਗਿਆ। ਇਹਦਾ ਮਤਲਬ ਪੂਰੀ ਤਰ੍ਹਾਂ ਸਰਕਾਰ ਦੀ ਪਲੈਨਿੰਗ ਸੀ ਕਿ ਕਿਸਾਨਾਂ ਨੂੰ ਮਾਰ ਕੁੱਟ ਕੇ ਉਹਨਾਂ ਦੇ ਸਰ ਫੋੜਨੇ, ਗੋਲੀ ਦੇ ਆਦੇਸ਼ ਤੋਂ ਘੱਟ ਸਭ ਕੁਝ ਕਰਨ ਵਾਸਤੇ ਸਿੱਧੇ ਆਦੇਸ਼ ਜਿਹੜੇ ਇਹਨੇ ਤਾਕਤਵਰ ਤਰੀਕੇ ਦੇ ਨਾਲ ਜਿਹੜਾ ਉਹ SDM ਦੇ ਰਿਹਾ ਹੈ,
ਕੀ ਇਹ ਆਪਣੇ ਹਾਈ ਕਮਾਂਡ ਦੇ ਅਪਰੂਵਲ ਤੋਂ ਬਿਨਾਂ ਦੇ ਸਕਦਾ ਹੈ ਕੋਈ ਅਫਸਰ? ਤੇ ਇਸ ਤੋਂ ਵੱਡਾ ਕ੍ਰਿਮੀਨਲ ਐਕਟ ਕੀ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਕੇ ਲੋਕਾਂ ਦੀ ਜਾਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ, ਉਹ ਜਾਨ ਲੈਣ ਵਾਸਤੇ ਆਪਣੇ ਹਵਲਦਾਰਾਂ ਨੂੰ ਕਹਿ ਰਿਹਾ ਕਿ ਚੰਗੀ ਤਰ੍ਹਾਂ ਕੁੱਟਮਾਰ ਕਰਨਾ। ਤੇ ਅੱਜ ਤਾਈਂ 2 ਦਿਨ ਨਿਕਲ ਗਏ, ਕਿਸਾਨ ਦੀ ਮੌਤ ਹੋ ਗਈ ਹੈ ਤੇ ਚੁੱਪੀ ਸਾਧੀ ਬੈਠੀ ਹੈ ਕੇਂਦਰ ਦੀ ਸਰਕਾਰ। ਹਰਿਆਣਾ ਦੀ ਸਰਕਾਰ ਨੇ ਤਾਂ ਕਲੀਨ ਚਿੱਟ ਦੇ ਦਿੱਤਾ ਕਿ ਜੇ ਇਸ ਤਰ੍ਹਾਂ ਪੱਥਰ ਸਿੱਟਿਆ ਗਿਆ ਸੀ, ਪੱਥਰ ਤਾਂ ਬਾਅਦ ਨੂੰ ਸਿੱਟਿਆ ਗਿਆ, ਜੇ ਸਿੱਟਿਆ ਗਿਆ। ਮੈਂ ਤਾਂ ਪਹਿਲੀ ਗੱਲ 10 ਮਹੀਨੇ ਤੋਂ ਕਿਸਾਨ ਬੈਠੇ ਹੋਏ ਨੇ, ਉਹਨਾਂ ਨੇ ਇੱਕ ਵੀ ਵਾਇਲੈਂਸ ਦਾ ਐਕਟ ਨਹੀਂ ਕੀਤਾ ਹੈ। ਪੱਥਰ ਸਿੱਟਨੇ ਕੀ ਕੁਝ ਸਿੱਟਣਾ ਹੁੰਦਾ ਤਾਂ ਬਹੁਤ ਕੁਝ ਕਰ ਸਕਦੇ, ਲੇਕਿਨ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਸੁਣਵਾ ਰਹੇ ਨੇ। ਇਹ ਬਿਲਕੁਲ ਸਾਫ਼ ਹੈ ਕਿ ਕੇਂਦਰ ਦੀ ਸਰਕਾਰ ਨੇ ਜਦ 10 ਮਹੀਨੇ ਤੋਂ ਕਿਸਾਨਾਂ ਨੂੰ ਪਰਜੀਵੀ ਤੋਂ ਆਤੰਕਵਾਦੀ ਤੋਂ ਲੈ ਕੇ ਸਭ ਕੁਝ ਕਹਿਤਾ, ਹੁਣ ਆਪ ਸਰਕਾਰ ਉਹਨਾਂ ਨੂੰ ਕੁੱਟਣ 'ਚ ਆ ਗਈ ਹੈ ਜਿਨ੍ਹਾਂ ਦੇ ਵੋਟਾਂ ਦੇ ਵੇਲੇ ਉਹਨਾਂ ਦੇ ਪੈਰਾਂ ਤੇ ਡਿੱਗ ਕੇ ਵੋਟ ਮੰਗ ਕੇ ਅੱਜ ਆਪਣੀ ਕੁਰਸੀ 'ਚ ਬੈਠੀ ਹੈ। ਜੇ ਕਾਲੇ ਕਾਨੂੰਨ ਛੇਤੀ ਵਾਪਸ ਨਹੀਂ ਕੀਤੇ ਗਏ, ਦੇਸ਼ ਦੀ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਕਿਸਾਨਾਂ ਦੀ ਸੁਣਵਾਈ ਨਹੀਂ ਨਾ ਹੋਈ, ਫਿਰ ਇਲੈਕਸ਼ਨ ਦੂਰ ਨਹੀਂ। ਜਿਸ ਤਰ੍ਹਾਂ ਤੁਸੀਂ ਕੁੱਟ ਕੇ ਇਹਨਾਂ ਦਾ ਸਿਰ ਫੋੜਿਆ, ਇਹ ਬਟਨ ਨੱਪ ਕੇ ਤੁਹਾਨੂੰ ਉੱਥੋਂ ਰਵਾਨਾ ਵੀ ਕਰਨਗੇ। ਮੈਂ ਉਮੀਦ ਕਰਦੀ ਹਾਂ ਕਿ ਇੱਕ ਸਰਕਾਰੀ ਅਫਸਰ ਵਾਇਲੈਂਸ ਕਰਨ ਵਾਸਤੇ ਆਪਣੇ ਲੋਕਾਂ ਨੂੰ ਆਦੇਸ਼ ਦੇ ਰਿਹਾ ਹੈ, ਪ੍ਰਸ਼ਾਸਨ ਨੂੰ। ਜੇ ਅੱਜ ਵੀ ਇਹੋ ਜਿਹੇ ਅਫਸਰਾਂ ਦੇ ਖਿਲਾਫ ਤੇ ਜਿਹੜੇ ਹੁਕਮ ਦਿੱਤਾ ਉਹਨਾਂ ਦੇ ਖਿਲਾਫ ਜੇ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ, ਤੇ ਆਹ ਬਿਲਕੁਲ ਸਾਫ਼ ਹੈ ਕਿ ਇਸ ਦੇਸ਼ ਵਿੱਚ ਹੁਣ ਸੰਵਿਧਾਨ ਦਾ ਕੋਈ ਮਤਲਬ ਨਹੀਂ ਰਹਿ ਗਿਆ, ਇੱਕ ਡਿਕਟੇਟਰਸ਼ਿਪ ਚੱਲ ਰਹੀ ਹੈ। ਖੱਟੜ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਕਰਨਾਲ ਦੇ ਵਿੱਚ ਏਡੀ ਵੱਡੀ ਜ਼ਿਆਦਤੀ ਕਿਸਾਨਾਂ ਦੇ ਉੱਤੇ ਹੋਈ, ਉਹਦੀ ਜੁਡੀਸ਼ੀਅਲ ਇਨਕੁਆਇਰੀ ਕਰਾਉਂਦੇ ਤਾਂ ਜੋ ਤੱਥ ਜਿਹੜੇ ਆ ਸਹੀ ਤੱਥ ਲੋਕਾਂ ਦੇ ਸਾਹਮਣੇ ਆਉਂਦੇ, ਔਰ ਜਿਹੜਾ ਵੀ ਦੋਸ਼ੀ ਹੁੰਦਾ ਉਹਨੂੰ ਸਜ਼ਾ ਮਿਲੇ। ਪਰ ਖੱਟੜ ਸਾਹਿਬ ਇਹਦੇ ਤੇ ਘਟੀਆ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਦੂਜਿਆਂ ਸੂਬਿਆਂ ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਤੇ ਬਲੇਮ ਲਾ ਕੇ ਤੇ ਇਸ ਗੱਲ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ। ਘਟਨਾ ਹਰਿਆਣੇ ਦੇ ਵਿੱਚ ਹੋਈ ਹੈ। ਜੇ ਕਿਸੇ ਨੇ, ਤੁਸੀਂ ਕਹਿੰਦੇ ਕਿ ਕਿਸਾਨਾਂ ਨੂੰ ਉਕਸਾਇਆ, ਤੇ ਪੁਲਿਸ ਨੂੰ ਕਿੰਨੇ ਉਕਸਾਇਆ? ਲਾਠੀਚਾਰਜ ਪੁਲਿਸ ਨੇ ਕੀਤਾ। ਜਿਹੜੇ ਅਫਸਰਾਂ ਦੀਆਂ ਸਟੇਟਮੈਂਟ ਆ ਉਸ ਵੇਲੇ ਜਿਨ੍ਹਾਂ ਨੇ ਹੁਕਮ ਦਿੱਤੇ, ਕੀ ਉਹ ਜਾਇਜ਼ ਹੈ? ਇੱਥੇ ਇਹ ਕਹਿ ਦੇਣਾ ਕਿ ਉਸ ਗੱਲ ਤੇ ਤਾਂ ਮੈਂ ਖੇਦ ਪ੍ਰਗਟ ਕਰਦਾ ਕਿ ਉਹ ਸ਼ਬਦ ਠੀਕ ਨਹੀਂ ਸੀ ਤੇ ਸਾਰਾ ਜਿਹੜਾ ਆਰਡਰ ਉਸੇ ਦੇ ਨਾਲ ਹੀ ਸਾਰਾ ਗਲਤ ਕੰਮ ਹੋਇਆ। ਇਸ ਕਰਕੇ ਖੱਟੜ ਸਾਹਿਬ ਨੂੰ ਚਾਹੀਦਾ ਹੈ ਕਿ ਜਦੋਂ ਡੈਮੋਕ੍ਰੈਟਿਕ ਲੀਡਰ ਦੇ ਤੌਰ ਦੇ ਉੱਤੇ ਜਦੋਂ ਲੋਕਾਂ ਤੇ ਜ਼ਿਆਦਤੀ ਹੋਈ ਹੈ, ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਹੁੰਦਾ, ਤੇ ਇਹਨੂੰ ਇਦਾਂ ਉਲਝਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਹੀ ਜਾਂਚ ਕਰਾ ਕੇ ਜੋ ਦੋਸ਼ੀ ਹੈ ਉਹਨੂੰ ਸਜ਼ਾ ਦੇਣੀ ਚਾਹੀਦੀ। ਦੂਜਾ ਉਹਨਾਂ ਨੇ ਕਿਹਾ ਵੀ ਜਿਹੜੇ ਪੰਜਾਬ ਦੇ ਜਿਹੜੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਅੱਜ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ 20 ਸਤੰਬਰ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਨਹੀਂ ਹੁੰਦੇ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇੱਥੇ ਵੀ ਦੱਸਣਾ ਬਣਦਾ ਕਿ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ 2 ਮੰਤਰੀਆਂ ਤੇ 3 ਵਿਧਾਇਕਾਂ ਨੂੰ ਤਲਬ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਕੁਝ ਜਾ ਕੇ ਆਪਣਾ ਸਪਸ਼ਟੀਕਰਨ ਵਾਲਾ ਪੱਤਰ ਧਿਆਨ ਸਿੰਘ ਮੰਡ ਦੇ ਹਵਾਲੇ ਕਰਕੇ ਆਏ ਸਨ। ਦਰਅਸਲ ਬਰਗਾੜੀ ਦਾ ਮੋਰਚਾ ਜੋ ਕਿ ਕੁਝ ਵਰੇ ਪਹਿਲਾਂ ਲੱਗਾ ਸੀ, ਉਦੋਂ ਪੰਜਾਬ ਦੇ 2 ਮੰਤਰੀ ਤੇ 3 ਕਾਂਗਰਸੀ ਵਿਧਾਇਕ ਇਸ ਮੋਰਚੇ ਨੂੰ ਸਮਾਪਤ ਕਰਨ ਦੇ ਲਈ ਕਹਿ ਕੇ ਆਏ ਸਨ। ਉਸ ਤੋਂ ਬਾਅਦ ਇਹ ਮੋਰਚਾ ਸਮਾਪਤ ਹੋ ਗਿਆ, ਪਰ ਜੋ ਵਾਅਦਾ ਕੀਤਾ ਗਿਆ ਸੀ ਕਿ ਬਰਗਾੜੀ ਕਾਂਡ ਦੇ ਮਾਮਲੇ ਦੇ ਵਿੱਚ ਸੰਗਤ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ, ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ, ਉਹ ਦੂਰ ਦੀ ਕੌਡੀ ਪ੍ਰਤੀਤ ਹੋ ਰਿਹਾ। ਹੁਣ ਇਸ ਮਾਮਲੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਗਿਆ। ਇਹ ਹੁਣ ਵਕਤ ਦੱਸੇਗਾ ਕਿ ਧਿਆਨ ਸਿੰਘ ਮੰਡ ਦੇ ਵੱਲੋਂ ਕਹੇ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਅਕਾਲ ਤਖਤ ਸਾਹਿਬ ਦੇ ਉੱਤੇ 20 ਸਤੰਬਰ ਨੂੰ ਤਲਬ ਹੁੰਦੇ ਨੇ ਜਾਂ ਫਿਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਪ੍ਰਧਾਨੀ ਮਰਜ਼ਾਦਾ ਦੇ ਮੁਤਾਬਕ ਜੋ ਵਫਦ ਬਰਗਾੜੀ ਮੋਰਚੇ ਨੂੰ ਚੁਕਾਉਣ ਵਾਸਤੇ ਸਰਕਾਰ ਵੱਲੋਂ ਗਿਆ ਸੀ, ਜਿਹਦੇ ਵਿੱਚ 2 ਕੈਬਨਿਟ ਮੰਤਰੀ ਸਨ, 3 ਸਰਕਾਰ ਦੇ MLA ਸਨ। ਉਹਨਾਂ ਵੱਲੋਂ ਜੋ ਗੁਰੂ ਗ੍ਰੰਥ ਸਾਹਿਬ
ਅਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਜੋ ਵਾਅਦਾ ਕੀਤਾ, ਜੋ ਵਿਸ਼ਵਾਸ ਦਿਵਾਇਆ, ਉਹ ਵਿਸ਼ਵਾਸ ਸੰਗਤਾਂ ਨੇ ਮੰਨ ਕੇ ਸ਼ਰਨ ਆਏ ਤਿਸ ਕੰਠ ਲਾਏ ਇਹੋ ਬਿਰਧ ਸੁਆਮੀ ਛੰਦਾ, ਉਹ ਮੋਰਚਾ ਮੁਲਤਵੀ ਕਰ ਦਿੱਤਾ ਬਰਗਾੜੀ ਦਾ, ਇਸ ਆਸ ਦੇ ਨਾਲ ਕਿ ਸਰਕਾਰ ਮੰਗਾਂ ਮੰਨਣ ਵਾਸਤੇ ਸੁਹਿਰਦ ਹੈ। ਪਰ ਅੱਜ ਉਡੀਕ, ਕੱਲ੍ਹ ਉਡੀਕ, ਸਾਲ ਬੀਤ ਗਏ, ਪਰ ਸਰਕਾਰ ਨੇ ਜਦੋਂ ਕੋਈ ਦਿੱਤੇ ਹੋਏ ਭਰੋਸੇ ਅਨੁਸਾਰ ਕਾਰਵਾਈ ਨਾ ਕੀਤੀ ਤੇ ਫਿਰ ਉਸ ਵਫਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਤਖਤ ਦੇ ਉੱਤੇ ਬੁਲਾਇਆ ਗਿਆ ਸੀ ਜਵਾਬ ਦੇਣ ਵਾਸਤੇ, ਸਪਸ਼ਟੀਕਰਨ ਦੇਣ ਵਾਸਤੇ। ਉਹਨਾਂ ਨੇ ਪੇਸ਼ ਹੋ ਕੇ ਜੋ ਸਪਸ਼ਟੀਕਰਨ ਦਿੱਤਾ, ਪਿਛਲੀ 20 ਤਰੀਕ ਨੂੰ, ਉਹ ਆਪ ਜੀ ਦੇ ਆ ਸਾਹਮਣੇ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਕਰਨਾਲ ਦੇ ਵਿੱਚ ਹੋਏ ਕਾਂਡ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸੰਵਿਧਾਨ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਸਭਨਾਂ ਨੂੰ ਹੱਕ ਹੈ, ਆਪਣੀ ਗੱਲ ਰੱਖਣ ਦਾ ਸਭਨਾਂ ਨੂੰ ਅਧਿਕਾਰ ਹੈ, ਪਰ ਮਨੋਹਰ ਲਾਲ ਖੱਟੜ ਦੀ ਸਰਕਾਰ ਦੇ ਵੱਲੋਂ ਜੋ ਅਣਮਨੁੱਖੀ ਵਰਤਾਓ ਕਰਵਾਇਆ ਜਾ ਰਿਹਾ, ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਬਣਦੀ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਹੁਣ ਤੱਕ ਇਹਨਾਂ ਕਾਨੂੰਨਾਂ ਨੂੰ ਇਸ ਕਰਕੇ ਨਹੀਂ ਰੱਦ ਕੀਤਾ ਗਿਆ ਕਿਉਂਕਿ ਕਾਰਪੋਰੇਟ ਕੰਪਨੀਆਂ ਦੇ ਹੱਥ ਠੋਕੇ ਬਣੀਆਂ ਹੋਈਆਂ ਸਰਕਾਰਾਂ ਇੰਨਾ ਹੀਆ ਨਹੀਂ ਕਰ ਸਕਦੀਆਂ ਕਿ ਕਿਸਾਨਾਂ ਦੀ ਬਾਤ ਪੁੱਛੀ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਾਰ ਲਈ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਹਰਿਆਣੇ ਦੀ ਸਰਕਾਰ ਨੂੰ ਇਸ ਵਕਤ ਕਿਸਾਨੀ ਮੰਗਾਂ ਮੰਨਣ ਤੇ ਕੇਂਦਰ ਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਬਹੁਤ ਨਿੰਦਣਯੋਗ ਹੈ। ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਨਿੰਦਤਾ ਔਰ ਜਿੰਨੀ ਵੀ ਉਹਦੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਕਿਸਾਨਾਂ ਨੂੰ ਆਪਣੇ ਸਿਰ ਤੇ ਬਿਠਾਇਆ ਔਰ ਉਹਨਾਂ ਨੂੰ ਆਪਣੇ ਲਾਡ ਨਾਲ ਛਾਤੀ ਨਾਲ ਲਾਇਆ, ਜੋ ਉਹਨਾਂ ਜੋ ਕਰ ਸਕਦੇ ਸੀ। ਦੇਖੋ, ਕਿਸਾਨਾਂ ਲਈ ਮੁੱਖ ਮੰਤਰੀ ਜੀ ਨੇ ਕਿਹਾ ਵੀ ਪੂਰੇ ਹਿੰਦੁਸਤਾਨ ਚੋਂ ਸਭ ਤੋਂ ਵੱਧ ਗੰਨੇ ਦਾ ਭਾਅ ਮੇਰੀ ਸਰਕਾਰ ਦੇ ਕਰਕੇ ਦਿਖਾਤਾ। ਇੱਕ ਜਿਹੜਾ ਜ਼ਖਮੀ ਹੋਇਆ ਸੀ ਕਿਸਾਨ, ਉਹਦੀ ਡੈਥ ਹੋ ਗਈ। ਡੈਥ ਬਹੁਤ ਮਾੜਾ ਹੋਇਆ, ਇਹ ਬਹੁਤ ਮਾੜਾ ਹੋਇਆ। ਇਹ ਆਪਣੇ ਦੇਸ਼ 'ਚ ਹੀ ਬਗਾਨਾ ਦੇਸ਼ ਲੱਗਣ ਲੱਗ ਗਿਆ ਕਿਸਾਨਾਂ ਨੂੰ ਕਿ ਉਹਨਾਂ ਦੇ ਇੰਨੀਆਂ ਲਾਠੀਆਂ ਨਾਲ, ਇੰਨੀ ਬੇਦਰਦੀ ਨਾਲ, ਬੇਰਹਿਮੀ ਨਾਲ ਕੁੱਟਿਆ ਗਿਆ ਹੈ। ਮੈਂ ਸਮਝਦਾ ਜਿੰਨੀ ਨਿੰਦਾ ਕਰੀ ਥੋੜੀ ਹੈ। ਐਸਡੀਐਮ ਦੀ ਵਾਇਰਲ ਹੋ ਰਹੀ ਹੈ ਵੀਡੀਓ, ਉਹਦਾ ਲਾਠੀ ਚਾਰਜ ਦਾ ਕੁਛ ਵੀ ਨਹੀਂ। ਐਸਡੀਐਮ ਨਹੀਂ, ਨਾਟ ਐਸਡੀਐਮ ਕੌਣ ਹੁੰਦਾ ਹੈ? ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਤੋਂ ਅਸਤੀਫਾ ਦੇਣਾ ਚਾਹੀਦਾ। ਖੱਟਰ ਕਹਿ ਰਹੇ ਨੇ, ਹੁਣ ਸਫਾਈ ਦੇ ਰਹੇ ਨੇ, ਜੇ ਕਸੂਰ ਕਿਸਾਨਾਂ 'ਚ ਉਹਨਾਂ ਦੇ ਪਰਚਾ ਨਹੀਂ ਤਾਂ ਪੁਲਿਸ ਤੇ ਕੀਤਾ ਜਾਊਗਾ ਪਰਚਾ ਦਰਜ। ਮੈਂ ਨਿੰਦਿਆ ਕਰਨੀ ਸੀ ਕਰਤੀ। ਅਸੀਂ ਤਾਂ ਉਹ ਪਾਰਟੀਆਂ, ਕਾਂਗਰਸ ਪਾਰਟੀ ਨੇ ਜੈ ਜਵਾਨ ਜੈ ਕਿਸਾਨ ਨੂੰ ਰਾਖੀ ਕਰਕੇ ਜਵਾਨ ਸਰਹੱਦਾਂ ਤੇ ਤਕੜਾ ਕੀਤਾ ਸੀ, ਕਿਸਾਨ ਨੂੰ ਦੇਸ਼ ਦਾ ਢਿੱਡ ਭਰਨ ਲਈ ਤਕੜਾ ਕੀਤਾ ਔਰ ਕਿਸਾਨ ਮੋਹਰੀ ਹੋ ਕੇ ਅੱਜ 130 ਕਰੋੜ ਨੂੰ 15-15 ਸਾਲ ਦਾ ਅਨਾਜ ਭਰ ਕੇ ਗੁਦਾਨ ਡੱਕੇ ਪਏ ਨੇ। ਉਹ ਕਿਸਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਕਿਸਾਨ ਹੈ ਤਾਂ ਜਹਾਨ ਹੈ ਹਿੰਦੁਸਤਾਨ। ਜੇ ਕਿਸਾਨ ਨਹੀਂ ਹੋਏਗਾ, ਨਾ ਤਾਂ ਆਪਾਂ ਇੱਟਾਂ ਨਾਲ ਰੱਜ ਸਕਦੇ ਹਾਂ, ਨਾ ਹੀ ਸੋਨੇ ਨਾਲ ਸੋਨਾ ਖਾ ਕੇ ਰੱਜ ਸਕਦੇ ਹਾਂ, ਨਾ ਕਾਗਜ਼ ਖਾ ਕੇ ਆਹ ਨੋਟ ਦਾਦਰ ਵੀ ਖਾਲੀ ਰੱਜ ਨਹੀਂ ਸਕਦੇ। ਜੇ ਕਿਸਾਨ ਕੁਝ ਪੈਦਾ ਕਰੇਗਾ ਉਹਦੇ ਨਾਲ। ਜਲੰਧਰ ਦੀ ਇੱਕ ਫੈਕਟਰੀ ਦੇ ਵਿੱਚ ਅੱਜ ਇੱਕ 45 ਸਾਲਾ ਔਰਤ ਦੇ ਚਿਹਰੇ ਦੇ ਉੱਤੇ ਤੇਜ਼ਾਬ ਪਾ ਕੇ ਉਸ ਨੂੰ ਸਾੜਨ ਦੀ ਖਬਰ ਪ੍ਰਾਪਤ ਹੋਈ ਹੈ। ਦਰਅਸਲ ਇਸ ਫੈਕਟਰੀ ਦੇ ਵਿੱਚ ਜਿੱਥੇ ਇਹ ਕਾਂਡ ਵਾਪਰਿਆ, ਇੱਥੇ ਇੱਕ ਔਰਤ ਜੋ ਕਿ ਮੁਲਾਜ਼ਮ ਹੈ, ਉਸ ਦੀ ਨਾਲ ਹੀ ਕੰਮ ਕਰਦੇ ਇੱਕ ਮੁਲਾਜ਼ਮ ਸਾਥੀ ਦੇ ਨਾਲ ਕਿਸੇ ਗੱਲੋਂ ਤਣਾਤਣੀ ਵਾਲੀ ਗੱਲ ਹੋ ਗਈ। ਇਹ ਤਣਾਤਣੀ ਇੰਨੀ ਕੁ ਗਰਮਾ ਗਰਮੀ ਦੇ ਵਿੱਚ ਪਹੁੰਚ ਗਈ ਕਿ ਉਸ ਵਿਅਕਤੀ ਵੱਲੋਂ ਐਸਿਡ ਇਸ ਔਰਤ ਦੇ ਚਿਹਰੇ ਦੇ ਉੱਤੇ ਪਾ ਦਿੱਤਾ ਗਿਆ, ਜਿਸ ਕਰਕੇ ਇਹ ਔਰਤ ਬੁਰੇ ਤਰੀਕੇ ਨਾਲ ਝੁਲਸ ਗਈ ਹੈ। ਇਸ ਔਰਤ ਨੂੰ ਇਸ ਵਕਤ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। उनका क्या नाम है? राज रानी। क्या काम करते हो? पेचकस क्या बोलते हैं, फैक्ट्री में काम करती है, चाबी डालने। तो आज क्या हुआ है? आज ये कंपनी में काम करने गई थी, बंदे से इनकी बहस हुई, बंदे ने गुस्से में तेजाब फेंक दिया इनके ऊपर। किस बात को लेकर लड़ाई हुई? इतना डिटेल नहीं बता सकते। इन्होंने बताया नहीं किस अभी बात? बताया नहीं। कहाँ पे फैक्ट्री? ये फोकर पैंट के आगे। मालिक का क्या नाम है पता? नहीं, मैं पुलिस कंप्लेंट कर दी आपने? हाँ किया तो है, अभी पता नहीं आया तो
फैक्ट्री कहाँ पर है? फोकल पॉइंट के आगे है टंकी। डॉक्टर साहब ਜਿਹੜਾ ਪੇਸ਼ੈਂਟ ਆਇਆ ਐਸਿਡ ਵਾਲਾ ਕਿਸ ਤਰ੍ਹਾਂ ਦੇ ਹਾਲਾਤ ਹੈ? ਇਹਦਾ ਹਾਲਾਤ ਮੂੰਹ ਦੇ ਵਿੱਚ ਲੈ ਉੱਤੇ ਐਸਿਡ ਪਿਆ ਹੋਇਆ। ਆਪਾਂ ਆਪਣੇ ਸਰਜਨ ਨੂੰ ਕਾਲ ਕਰਤੀ ਆ, ਉਹ ਆ ਰਹੇ ਨੇ, ਉਹ ਦੇਖਦੇ ਨੇ। ਬੇਸਿਕ ਟ੍ਰੀਟਮੈਂਟ ਆਪਾਂ ਸ਼ੁਰੂ ਦਾ ਕਰ ਚੁੱਕੇ ਹਾਂ। ਫਲੂਇਡ ਵਗੈਰਾ ਲਾਤਾ, ਦਰਦ ਦੇ ਇੰਜੈਕਸ਼ਨ ਲਾਤੇ। ਸਾਨੂੰ ਪਹਿਲਾਂ ਧੋਣਾ ਹੁੰਦਾ ਹੈ, ਚੰਗੀ ਤਰ੍ਹਾਂ ਐਸਿਡ ਨੂੰ ਲਾਣਾ ਹੁੰਦਾ, ਉਹ ਆਪਾਂ ਲਾ ਚੁੱਕੇ ਹਾਂ। ਤੇ ਕਿੰਨੇ % ਬਰਨ ਜਿਹੜਾ ਫੇਸ ਤੇ ਆ, ਮੋਢਿਆਂ ਤੇ ਹੈਗਾ ਆ, ਤੇ ਬਰਨ ਤਾਂ ਹਜੇ ਆਪਾਂ ਉਹਦਾ ਸਾਰਾ ਕੁਝ ਅਸੈਸ ਕਰਾਂਗੇ। ਹਜੇ ਬੇਸਿਕ ਟ੍ਰੀਟਮੈਂਟ ਕਰਕੇ ਜਿਹੜਾ ਐਸਿਡ ਲੱਗਾ ਹੋਇਆ ਹੈ ਉਹਨੂੰ ਲਾਉਣ ਦੀ ਕੋਸ਼ਿਸ਼ ਆਪਾਂ ਕਰ ਰਹੇ ਹਾਂ। ਤੇ ਕਿਸ ਤਰ੍ਹਾਂ ਦੀ ਹਾਲਤ ਹੈ ਇਹਦੀ? ਹਾਲਤ ਇਸ ਵੇਲੇ ਤੱਕ ਤਾਂ ਸਟੇਬਲ ਆ, ਜਿਹੜੇ ਵਾਈਟਲਸ ਹੈਗੇ ਆ ਸਟੇਬਲ ਆ। ਅੱਗੇ ਹਜੇ ਕੋਈ ਇਨਫੈਕਸ਼ਨ ਨਹੀਂ ਹੈ, ਕਿਉਂਕਿ ਜਦੋਂ ਉੱਤੇ ਸਕਿਨ ਸੜ ਜਾਂਦੀ ਹੈ ਤੇ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ। ਪੁਲਿਸ ਤੁਹਾਡੇ ਆ ਗਈ ਮੌਕੇ ਤੇ? ਪੁਲਿਸ ਨੂੰ ਹਲੇ ਇਨਫੋਰਮ ਕਰਨ ਲੱਗੇ ਹਾਂ, ਕਿਉਂਕਿ ਪਹਿਲਾਂ ਤਾਂ ਸਾਨੂੰ ਪਹਿਲੀ ਬੇਸਿਕ ਟ੍ਰੀਟਮੈਂਟ ਹੁੰਦੀ ਹੈ ਆਪਣੀ ਪੇਸ਼ੈਂਟ ਨੂੰ ਪਛਾਣਨਾ। ਪੇਸ਼ੈਂਟ ਨੂੰ ਹਲੇ ਟ੍ਰੀਟਮੈਂਟ ਕਰਕੇ ਵਾਪਸ ਆਏ ਹਾਂ ਆਪਾਂ। ਹੁਣ ਆਪਾਂ ਬਾਕੀ ਅੱਗੇ ਬਣਦੀ ਕਾਰਵਾਈ ਕਰਨ ਲੱਗੇ। ਪਤਾ ਚੱਲਿਆ ਵੀ ਕਿਉਂ ਕਿਸ ਅਜੇ ਮੈਂ ਸਿਰਫ ਹਲੇ ਪੇਸ਼ੈਂਟ ਨੂੰ ਦੇਖਿਆ ਹੈ। ਪੇਸ਼ੈਂਟ ਨੂੰ ਦੇਖ ਕੇ ਉਸ ਤੋਂ ਬਾਅਦ ਅੱਗੇ ਬਾਕੀ ਦੀਆਂ ਚੀਜ਼ਾਂ ਆਪਾਂ ਬਾਅਦ 'ਚ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਕੰਡੀਸ਼ਨ ਇੱਥੇ ਦੀ ਹੈ ਕਿ ਰੈਫਰ ਕੀਤਾ ਜਾਏਗਾ? ਹਜੇ ਤਾਂ ਇੱਥੇ ਦੇਖਦੇ ਹਾਂ, ਬਾਕੀ ਸਰਜਨ ਔਨ ਕਾਲ ਆ ਕੇ ਡਿਸਾਈਡ ਕਰਾਂਗੇ। ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਲਗਾਤਾਰ ਕੈਦੀਆਂ ਕੋਲੋਂ ਮੋਬਾਈਲ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ। ਦਰਅਸਲ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰ ਬੇਸ਼ੱਕ ਸੁਧਾਰ ਘਰ ਲਿਖਿਆ ਹੋਇਆ, ਪਰ ਇਹਨਾਂ ਸੁਧਾਰ ਘਰਾਂ ਦੇ ਅੰਦਰ ਕੀ ਕੁਝ ਚੱਲ ਰਿਹਾ ਸਮੇਂ-ਸਮੇਂ ਦੇ ਉੱਤੇ ਖਬਰਾਂ ਆਉਂਦੀਆਂ ਨੇ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਨਸ਼ੇ ਤੋਂ ਲੈ ਕੇ ਉੱਥੇ ਗੈਂਗਵਾਰ ਤੋਂ ਲੈ ਕੇ ਫੇਸਬੁੱਕ ਚਲਾਉਣ ਤੋਂ ਲੈ ਕੇ ਜਨਮ ਦਿਨ ਦੀਆਂ ਪਾਰਟੀਆਂ ਮਨਾਉਣ ਤੋਂ ਲੈ ਕੇ ਮੋਬਾਈਲਾਂ ਦੀ ਸ਼ਰੇਆਮ ਵਰਤੋਂ ਕਰਨ ਦੀਆਂ ਖਬਰਾਂ ਵੀ ਪ੍ਰਾਪਤ ਹੁੰਦੀਆਂ ਨੇ। 4 ਲੋਕਾਂ ਦੇ ਉੱਤੇ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹਨਾਂ ਲੋਕਾਂ ਦੇ ਕੋਲੋਂ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਲੋਕਾਂ ਦੇ ਕੋਲੋਂ ਬੈਰਕਾਂ ਦੇ ਵਿੱਚੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ। ਉਹ ਇੱਕ ਤਿੰਨ ਕੁ ਬੰਦੇ ਹੈਗੇ, ਉਹਦੇ ਸ਼ਾਇਦ 3 ਬੰਦੇ ਆ। ਕੀ ਬਰਾਮਦ ਕੀਤੀ ਹੈ? ਉਹਨਾਂ ਕੋਲੋਂ ਮੋਬਾਈਲ ਬਰਾਮਦ ਹੋਏ ਨੇ। ਸਰ ਅੱਗੇ ਕੀ ਫਰਦਰ ਕਰਵਾਈ? ਫਰਦਰ ਉਹਨਾਂ ਦੀ ਅਰੈਸਟ, ਉਹਨਾਂ ਨੂੰ ਉਹਦਾ ਲਿਆ ਕੇ ਪ੍ਰੋਟੈਕਸ਼ਨ ਬਰਾਂਡ 'ਤੇ ਲਿਆ ਕੇ ਉਹਨਾਂ ਨੂੰ ਅਰੈਸਟ ਪਾਵਾਂਗੇ। ਇਨਵੈਸਟੀਗੇਸ਼ਨ ਚੱਲੂਗੀ, ਚਲਾਨ ਪੇਸ਼ ਕਰਾਂਗੇ। ਸਰ ਇਸ ਤੋਂ ਇਲਾਵਾ ਇੱਕ ਹੋਰ ਵੀ ਵਿਅਕਤੀ ਹੈ ਜਿਹੜਾ ਉਹ ਬਾਹਰਲੀ ਜੇਲ੍ਹ ਤੋਂ ਇੱਥੇ ਸ਼ਿਫਟ ਕੀਤਾ ਗਿਆ, ਉਸ ਕੋਲੋਂ ਨਸ਼ੀਲਾ ਬਰਾਮਦ, ਉਸ ਦੇ ਜਿਹੜੇ ਅੰਦਰ ਦੇ ਵਿੱਚ ਨਸ਼ੀਲਾ ਬਰਾਮਦ ਕੀਤਾ ਗਿਆ, ਉਸ ਨੂੰ ਲੈ ਕੇ ਮਾਮਲਾ ਦਰਜ। ਉਹ ਅਜੇ ਦਰਖਾਸਤ ਆਈ ਹੈ, ਅਸੀਂ ਮਾਮਲਾ ਦਰਜ ਕਰਤਾ ਹੈ। ਠੀਕ ਹੈ, ਅਜੇ ਪਤਾ ਨਹੀਂ ਉਹ ਕੀ ਚੀਜ਼ ਹੈ, ਉਹ ਅਸੀਂ ਵੈਰੀਫਾਈ ਕਰਨੀ ਹੈ। ਮਾਮਲਾ ਅਸੀਂ ਦਰਜ ਕਰਤਾ, ਉਹ ਜੇਲ੍ਹ 'ਚ ਜਾਊਗਾ ਸਾਡਾ ਆਈਓ, ਉਹ ਪਤਾ ਕਰੂਗਾ ਨਸ਼ੀਲਾ ਪਦਾਰਥਾਂ ਜਾਂ ਕੀ ਹੈ। ਉਸ ਜਿਹੜੀ ਸ਼ਿਕਾਇਤ ਸਾਡੇ ਕੋਲ ਉਹਨੇ ਭੇਜੀ ਹੈ ਉਹਦੇ 'ਚ ਕਲੀਅਰ ਨਹੀਂ ਕੀਤਾ ਨਸ਼ੀਲੇ ਪਦਾਰਥ ਬਾਰੇ, ਕਿੰਨਾ ਹੈਗਾ, ਕਿੰਨੀ ਕੁਆਂਟੀਟੀ ਹੈ, ਕਿਹੜਾ ਪਦਾਰਥ ਹੈ, ਉਹ ਸਾਰਾ ਵੈਰੀਫਾਈ ਕਰਨਾ ਹੈ। ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤੀ ਗਈ ਟਿਕਟ ਕਰਕੇ ਨਾਰਾਜ਼ ਹੋ ਗਏ ਨੇ। ਦਰਅਸਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲੰਘੇ ਕੱਲ੍ਹ 3 ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਸਿਕੰਦਰ ਸਿੰਘ ਮਲੂਕਾ ਸੀਨੀਅਰ ਅਕਾਲੀ ਆਗੂ ਨੂੰ ਵੀ ਉਮੀਦਵਾਰ ਐਲਾਨਿਆ ਗਿਆ, ਪਰ ਉਹਨਾਂ ਨੂੰ ਉਮੀਦਵਾਰ ਰਾਮਪੁਰਾ ਫੂਲ ਤੋਂ ਐਲਾਨ ਦਿੱਤਾ ਗਿਆ। ਜਦਕਿ ਸਿਕੰਦਰ ਸਿੰਘ ਮਲੂਕਾ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਭਰੋਸੇ ਦੇ ਵਿੱਚ ਲਏ ਤੋਂ ਬਿਨਾਂ ਹੀ ਇੱਥੇ ਉਮੀਦਵਾਰੀ ਐਲਾਨ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਮੈਂ ਮੌੜ ਮੰਡੀ ਤੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਤੇ ਮੇਰੀ ਥਾਂ ਦੇ ਉੱਤੇ ਮੇਰੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਟਿਕਟ ਚਾਹੀਦੀ ਹੈ, ਨਾ ਕਿ ਇੱਥੋਂ ਮੈਂ ਲੜਨ ਦਾ ਚਾਹਵਾਨ ਹਾਂ। ਦਰਅਸਲ ਸੁਖਬੀਰ ਸਿੰਘ ਬਾਦਲ ਲਗਾਤਾਰ ਉੱਤੋਂ ਦਿੱਤੀ ਆਪਣੀ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਨੇ, ਪਰ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਇਸ ਵਕਤ ਬਗਾਵਤੀ ਸੁਰ ਅਪਣਾਉਣ ਦੇ ਕਰਕੇ ਅਕਾਲੀ ਦਲ ਦੇ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦੇ ਉੱਤੇ ਸਵਾਲ ਖੜੇ ਹੋਏ ਨੇ। ਅੱਜ ਸਾਡਾ ਜਿਹੜਾ ਪੰਜਾਬ ਦਾ ਮੁਲਾਜ਼ਮ ਫਰੰਟ ਹੈ, ਉਹਨਾਂ ਦੀ ਪਹਿਲੀ ਮੀਟਿੰਗ ਸਾਰੇ ਸਟੇਟ ਦੀ ਬਾਡੀ ਦੇ ਅਹੁਦੇਦਾਰ ਤੇ ਜ਼ਿਲ੍ਹਿਆਂ ਦੇ ਜਿਹੜੇ ਪ੍ਰਧਾਨ ਤੇ ਸੈਕਟਰੀ, ਉਹਨਾਂ ਦੀ ਮੀਟਿੰਗ ਹੋਈ ਸੀ ਅੱਜ ਇੱਥੇ ਸਾਰੇ ਆਪਣੇ ਗੁਰਦਾਸ ਹਾਲ ਦੇ ਵਿੱਚ। ਤੇ ਇਹ ਮੀਟਿੰਗ ਸੀਗੀ ਜਿਹੜੇ ਪੰਜਾਬ ਮੁਲਾਜ਼ਮਾਂ ਦੇ ਮਸਲੇ ਨੇ, ਪਿੱਛੇ ਤੋਂ ਚੱਲ ਰਹੇ ਨੇ ਮਸਲੇ, ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਕੀ ਗੱਲਾਂ ਦੱਸਣੀਆਂ। ਸਰਕਾਰ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਮੁਲਾਜ਼ਮ ਫਰੰਟ ਹੈਗਾ, ਕਿਵੇਂ ਚਾਹੁੰਦੇ ਆ ਕਿ ਅੱਗੇ ਨੂੰ ਚੱਲਿਆ ਜਾਵੇ। ਜਿਹੜੇ ਇਹਨਾਂ ਦੇ ਮਸਲੇ ਆ, ਚਾਹੇ ਪੇ ਕਮਿਸ਼ਨ ਦੇ ਆ, ਚਾਹੇ ਪੈਨਸ਼ਨ ਜਿਹੜੀ 2004 ਤੋਂ ਬੰਦ ਕਰਤੀ ਉਹਦੇ ਮਸਲੇ ਆ, ਹੋਰ ਵੀ ਕਾਫੀ ਵੱਡੇ ਮਸਲੇ ਆ ਮੁਲਾਜ਼ਮਾਂ ਦੇ, ਜਿਹੜੇ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕੇ ਕਰਨ ਦੇ ਮਸਲੇ ਆ। ਉਹ ਸਾਰੇ ਮਸਲੇ ਬੜੀ ਗੰਭੀਰਤਾ ਨਾਲ ਅੱਜ ਇੱਥੇ ਡਿਸਕਸ ਕੀਤੇ ਗਏ ਆ। ਤੇ ਇਹਨਾਂ ਦੀ ਸਾਰੀ ਗੱਲ ਆ ਜਿਹੜੀ ਮੁਲਾਜ਼ਮਾਂ ਦੀਆਂ ਲੋੜਾਂ ਨੇ, ਸਮੱਸਿਆਵਾਂ ਨੇ, ਜਾਂ ਜੋ ਅਸੀਂ ਕਰ ਸਕਦੀ ਹੈ ਸਰਕਾਰ, ਇਹ ਚੋਣ ਮੈਨੀਫੈਸਟੋ ਦੇ ਵਿੱਚ ਪਾਵਾਂਗੇ। ਅਸੀਂ ਜਿਹੜੀ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਇਹਨਾਂ ਦੇ ਨਾਲ ਰਾਏ ਕਰਕੇ ਪਾਵਾਂਗੇ, ਉਹ 100% ਲਾਗੂ ਕਰਾਂਗੇ। ਜੋ ਮਰਜ਼ੀ ਕਰਨਾ ਪਵੇ, ਜਿਹੜੀ ਗੱਲ ਚੋਣ ਮੈਨੀਫੈਸਟੋ ਦੇ ਵਿੱਚ ਅਸੀਂ ਲੈ ਆਂਦੀ, ਉਹ ਸਾਰੀ ਦੀ ਸਾਰੀ ਲਾਗੂ ਕੀਤੀ ਜਾਏਗੀ। ਇੱਕ ਅਸੀਂ ਫੈਸਲਾ ਕੀਤਾ ਕਿ ਜਿਹੜੇ ਉਸ ਵੇਲੇ 2016 ਦੇ ਵਿੱਚ ਸਰਕਾਰ ਨੇ ਕੈਬਨਿਟ 'ਚ ਵੀ ਪਾਸ ਕਰਤਾ ਸੀ, ਅਸੈਂਬਲੀ 'ਚ ਵੀ ਪਾਸ ਕਰਤਾ ਸੀ, ਗਵਰਨਰ ਦੇ ਉਹ ਫੈਰ ਰੁਕੀ ਸੀ। 28,000 ਮੁਲਾਜ਼ਮ ਉਦੋਂ ਪੱਕਾ ਹੁਣ ਰਹਿ ਗਿਆ ਸੀਗਾ। ਉਹਦੇ 'ਚੋਂ ਜਿੰਨੇ ਵੀ ਰਹਿੰਦੇ ਆ ਹੁਣ ਸਾਰੇ, ਕੁਛ ਤਾਂ ਹੋਰ ਥਾਂ ਨੌਕਰੀਆਂ ਚਲੇ ਗਏ, ਉਹ ਸਾਰਿਆਂ ਨੂੰ ਜੇ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ, ਗੁਰੂ ਕਿਰਪਾ ਕਰਦੇ ਨੇ, ਤਾਂ ਫਿਰ ਉਹ ਬਣਦਿਆਂ ਸਾਰੀ ਪਹਿਲੀ ਕੈਬਨਿਟ ਦੇ ਵਿੱਚੋਂ ਸਾਰੇ ਮੁਲਾਜ਼ਮਾਂ ਨੂੰ ਅਸੀਂ ਪੱਕਾ ਕਰਾਂਗੇ। ਦੇਖੋ
ਕਿਸਾਨਾਂ ਦੇ ਉੱਤੇ ਅਸੀਂ ਕਹਿੰਦੇ ਆ ਵੀ ਉਹਦੀ ਸਾਰਿਆਂ ਨੇ ਅਸੀਂ ਕੱਲ ਵੀ ਨਿੰਦਿਆ ਕੀਤੀ, ਅੱਜ ਵੀ ਨਿੰਦਿਆ ਕਰਦੇ ਆ। ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ। ਇਹੋ ਜਿਹਾ ਬੈਠ ਕੇ ਜਿਹੜਾ ਮਸਲਾ ਹੈ ਕਿਸਾਨਾਂ ਦਾ, ਉਹ ਸੈਂਟਰ ਸਰਕਾਰ ਨੂੰ ਬੈਠ ਕੇ ਕਿਸਾਨਾਂ ਨਾਲ ਸੁਲਝਾਉਣਾ ਚਾਹੀਦਾ। ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਲੜਾਈ ਬਹੁਤ ਲੰਮੀ ਹੋ ਗਈ, ਲੰਮੀ ਲੜਾਈ ਦੇ ਵਿੱਚ ਰਿਜ਼ਲਟ ਘੱਟ ਨਿਕਲਦੇ ਹੁੰਦੇ ਨੇ। ਸੋ ਤੁਸੀਂ ਤਕੜੇ ਆ, ਇੰਨੀ ਲੰਮੀ ਲੜਾਈ ਲੜੀ ਹੈ, ਪਰ ਬੈਠ ਕੇ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲਿਆ ਵੀ ਤਾਂ ਉਹਦਾ ਹੀ ਪੰਜਾਬ ਨੂੰ ਫਾਇਦਾ ਹੈ। ਜਿੰਨੀ ਲੜਾਈ ਲੰਮੀ ਚਲੀ ਜਾਏਗੀ ਉਹਨਾਂ ਆਪਾਂ ਨੂੰ ਸਾਰਿਆਂ ਨੂੰ ਨੁਕਸਾਨ ਹੈ। ਸੋ ਸੈਂਟਰ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਬੈਠ ਕੇ ਕਿਸਾਨਾਂ ਨਾਲ ਜਿਹੜੇ ਮਸਲੇ ਇਹਨਾਂ ਦੇ ਹੱਲ ਕਰਕੇ ਇਹ ਮਸਲੇ ਨੂੰ ਨਿਬੇੜੇ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।